बिस्मिल्लाहिर्रहमानिर्रहीम। अस्सलामुअलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नू अपने हिफ्ज़ ईमान दे विच रखे। अज दे व्लॉग दे विच मैं तुहानू एक इंतहाई अफसोसनाक वाकया जिहड़ा लाहौर नवाब टाउन दे विच 28 अप्रैल नू पेश आया कि एक बहुत मशहूर टिकटॉकर आयत मरियम ओदी लाश जिहड़ी आ कमरे ਦੇ ਵਿੱਚ ਬੈੱਡ ਦੇ ਉੱਤੇ ਪਈ ਹੁੰਦੀ ਆ ਤੇ ਉਹ 2-3 ਦਿਨ ਬਾਅਦ ਪਤਾ ਲੱਗਦਾ ਤੇ ਉਹਨੂੰ ਕੌਣ ਕਤਲ ਕਰਕੇ ਚਲੇ ਗਿਆ, ਉਹਨੂੰ ਕਿਹਨੇ ਮਾਰਿਆ, ਕਿਸ ਵਜ੍ਹਾ ਤੋਂ ਮਾਰਿਆ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਇਸ ਤਰ੍ਹਾਂ ਕਿ ਇੱਕ ਫੈਮਿਲੀ ਦਾ ਸਰਬਰਾਹ ਦਾ ਨਾਮ ਹੁੰਦਾ ਰਮਜ਼ਾਨ। रमजान दियां 2 बेटियां होंदियां ने, एक जीनत ते एक आयत मरियम। जीनत दी शादी जिहड़ी आ ਉਹ एक इजाज नामी लड़के दे नाल बिहाड़ी दे विच कर दित्ती जांदी आ ते आयत मरियम दी शादी जिहड़ी है एक कादर नाम दे लड़के दे नाल कर दित्ती जांदी आ। जीनत जिहड़ी आ इजाज दे नाल बड़ी हंसी खुशी अपनी जिंदगी गुजार रही है बिहाड़ी दे विच ते इहदी शादी कादर दे नाल कर दित्ती जांदी आ। कादर दे नाल कुछ रवैया ठीक नहीं सी ना दा, दोनों दा आपस ਵਿੱਚ ਹੀ ਲੜਾਈ ਝਗੜਾ ਕਰਦੇ ਰਹਿੰਦੇ ਸੀ। ਅੱਲਾਹ ਤਾਲਾ ਨੇ ਇਹਨਾਂ ਨੂੰ ਇੱਕ ਬੇਟਾ ਵੀ ਫਿਰ ਦੇ ਦਿੱਤਾ। ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦਾ ਨਿਭਾ ਨਾ ਹੋ ਸਕਿਆ, ਦੋਨਾਂ ਦੇ ਦਰਮਿਆਨ ਫਿਰ ਤਲਾਕ ਹੋ ਜਾਂਦੀ ਆ। ਉਹ ਜਿਹੜਾ ਬੱਚਾ ਸੀ ਨਾ ਉਹ ਕਾਦਰ ਨੇ ਆਪਣੀ ਕਸਟਡੀ ਦੇ ਵਿੱਚ ਆਪਣੀ ਤਹਵੀਲ ਦੇ ਵਿੱਚ ਲੈ ਲਿਆ। ਉਹਨੇ ਕਿਹਾ ਕਿ ਬੱਚਾ ਜਿਹੜਾ ਮੈਨੂੰ ਦੇ ਦਿਓ, ਇਹਦੀ ਪਰਵਰਿਸ਼ ਮੈਂ ਕਰਾਂਗਾ। ਤਲਾਕ ਤੋਂ ਬਾਅਦ ਜਿਹੜਾ ਬੱਚਾ ਸੀ ਨਾ ਉਹ ਕਾਦਰ ਦੇ ਹਵਾਲੇ ਕਰ ਦਿੱਤਾ ਗਿਆ। ਕਾਦਰ ਨੇ ਫਿਰ ਉਹਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਜਿਹੜੀ ਆਇਤ ਮਰੀਮ ਸੀ ਇਹ ਕਾਦਰ ਤੋਂ ਅਲੱਗਾ ਹੋ ਗਈ। ਉਸ ਤੋਂ ਬਾਅਦ ਇਹ ਟੈਨਸ਼ਨ ਦੇ ਵਿੱਚ ਰਹਿਣ ਲੱਗ ਪਈ। ਇਹਨੇ ਸੋਚਿਆ ਕਿ ਇਸ ਟੈਨਸ਼ਨ ਦੇ ਵਿੱਚੋਂ ਨਿਕਲਣੇ ਦਾ ਕਿਹੜਾ ਹੱਲ ਹੈ, ਕਿਸ ਤਰ੍ਹਾਂ ਮੈਂ ਇਸ ਟੈਨਸ਼ਨ ਦੇ ਵਿੱਚੋਂ ਨਿਕਲਾਂ ਤੇ ਉਹਨੇ ਨਾ ਫਿਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਇੰਤਖਾਬ ਕੀਤਾ। ਉਸ ਤੋਂ ਬਾਅਦ ਫਿਰ ਇਹਨੇ ਟਿਕਟੌਕ ਦਾ ਅਕਾਊਂਟ ਬਣਾਇਆ। ਇਹਦੇ ਟਿਕਟੌਕ ਫਾਲੋਅਰਸ ਤੁਸੀਂ ਜਾ ਕੇ ਦੇਖੋ ਕਾਫੀ ਨੇ ਤੇ ਇਹਨੂੰ ਚਾਹਣੇ ਵਾਲੇ ਨੇ। ਤੁਹਾਨੂੰ ਪਤਾ ਅੱਜ ਕੱਲ ਟਿਕਟੌਕ ਤੇ ਲੜਕੀਆਂ ਜਿਹੜੀਆਂ ਕੋ ਗਾਣੇ ਗਾਉਂਦੀਆਂ, ਕੁਛ ਜਿਸਮ ਦੀ ਨਮਾਇਸ਼ ਵਗੈਰਾ ਕਰਦੀਆਂ, ਉਹਦੀ ਵਜ੍ਹਾ ਨਾਲ ਇਹਨਾਂ ਦੀ ਫੈਨ ਫਾਲੋਇੰਗ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਆ। ਤੇ ਇਸੇ ਤਰ੍ਹਾਂ ਆਇਤ ਮਰੀਮ ਵੀ ਚੰਗੀ ਮਸ਼ਹੂਰ ਹੋ ਗਈ ਟਿਕਟੌਕਰ ਤੇ ਇਸ ਤਰ੍ਹਾਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਸੀ। ਆਸਤਾ ਆਸਤਾ ਸੋਸ਼ਲ ਮੀਡੀਆ ਦੇ ਉੱਤੇ ਹੀ ਇੱਕ ਨੌਜਵਾਨ ਲੜਕਾ ਸਾਦ ਉਹਦੇ ਨਾਲ ਇਹਦੀ ਇੱਕ ਚੈਟ ਦੇ ਜ਼ਰੀਏ ਮੁਲਾਕਾਤ ਹੋ ਜਾਂਦੀ ਆ। ਫਿਰ ਉਹ ਆਸਤਾ ਆਸਤਾ ਵਾਦੀ ਇਹ ਚੈਟ ਜਿਹੜੀ ਸੀ ਨਾ ਤੇ ਮੁਹੱਬਤ ਦੇ ਵਿੱਚ ਤਬਦੀਲ ਹੋ ਜਾਂਦੀ ਆ। ਫਿਰ ਇਹ ਸਾਥ ਦੇ ਨਾਲ ਇੱਕ ਦੂਜੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ। ਫਿਰ ਆਸਤਾ ਆਸਤਾ ਸ਼ਾਦੀ ਦਾ ਵਾਅਦਾ ਕਰਦੇ ਨੇ। ਫਿਰ ਇਹ ਆਇਤ ਮਰੀਮ ਟਿਕਟੌਕ ਤੇ ਆ ਕੇ ਤੇ ਫਿਰ ਸਾਥ ਦੇ ਨਾਲ ਤਾਲੁਕਾਤ ਬਣਾ ਕੇ ਉਹਦੇ ਨਾਲ ਸ਼ਾਦੀ ਕਰ ਲੈਂਦੀ ਆ। ਉਸ ਤੋਂ ਬਾਅਦ ਫਿਰ ਸਾਥ ਤੇ ਮਰੀਮ ਜਿਹੜੇ ਨੇ ਇਹ ਲਾਹੌਰ ਨਵਾਬ ਟਾਊਨ ਦੇ ਵਿੱਚ ਇੱਕ ਕਿਰਾਏ ਦਾ ਮਕਾਨ ਲੈ ਕੇ ਤੇ ਉੱਥੇ ਰਹਿਣ ਲੱਗ ਪੈਂਦੇ ਨੇ। ਤੇ ਉਸ ਤੋਂ ਬਾਅਦ ਆਸਤਾ ਆਸਤਾ ਇਹਨਾਂ ਦੇ ਦਰਮਿਆਨ ਕੁਝ ਇਖਤਲਾਫਾਤ ਪੈਦਾ ਹੋ ਜਾਂਦੇ ਨੇ। ਉਹ ਸਾਥ ਜਿਹੜਾ ਸੀ ਉਹ ਵੀ ਟਿਕਟੌਕਰ ਸੀ ਤੇ ਆਇਤ ਮਰੀਮ ਵੀ ਟਿਕਟੌਕਰ ਸੀ। ਇਹ ਦੋਨੋਂ ਰਲ ਕੇ ਨਾ ਫਿਰ ਟਿਕਟੌਕ ਵੀਡੀਓ ਬਣਾਉਂਦੇ ਸੀ। ਤੁਸੀਂ ਜਿਸ ਵੇਲੇ ਟਿਕਟੌਕ ਅਕਾਊਂਟ ਇਹਨਾਂ ਦਾ ਖੋਲ ਕੇ ਦੇਖੋ ਨਾ, ਦੋਨੋਂ ਮੀਆਂ ਬੀਵੀ ਬੜੀਆਂ ਅੱਛੀਆਂ ਟਿਕਟੌਕਾਂ ਬਣਾਉਂਦੇ ਸੀ ਤੇ ਲੋਕ ਇਹ ਸਮਝਦੇ ਸੀ ਦੋਨੋਂ ਮੀਆਂ ਬੀਵੀ ਖੁਸ਼ ਨੇ। ਲੇਕਿਨ ਇਹਨਾਂ ਦੇ ਦਰਮਿਆਨ ਇਖਤਲਾਫਾਤ ਚੱਲਦੇ ਰਹਿੰਦੇ ਸੀ, ਆਪਸ ਵਿੱਚ ਇਹਨਾਂ ਦੀ ਬਣਦੀ ਨਹੀਂ ਸੀ ਤੇ ਆਖਰਕਾਰ ਸਾਥ ਜਿਹੜਾ ਸੀ ਉਹ ਇਹਨੂੰ ਨਾ ਥ੍ਰੈਟ ਕਰਨਾ ਸ਼ੁਰੂ ਕਰ ਦਿੰਦਾ, ਧਮਕੀਆਂ ਦਿੰਦਾ। ਤੇ ਇਹ ਜਿਹੜੀ ਸੀ ਆਪਣੀ ਆਇਤ ਮਰੀਮ ਇਹ ਆਪਣੀ ਭੈਣ ਨੂੰ ਜ਼ੀਨਤ ਨੂੰ ਦੱਸਦੀ ਸੀ ਕਿ ਸਾਥ ਦੇ ਨਾਲ ਮੈਂ ਸ਼ਾਦੀ ਕਰਕੇ ਬੜੀ ਗਲਤੀ ਕੀਤੀ, ਮੈਂ ਇਹਦੇ ਨਾਲ ਸ਼ਾਦੀ ਕਰਕੇ ਪਛਤਾਨੀ ਆ, ਮੈਨੂੰ ਇਹਦੇ ਨਾਲ ਸ਼ਾਦੀ ਨਹੀਂ ਸੀ ਕਰਨੀ ਚਾਹੀਦੀ। ਤੇ ਇਹ ਮੈਨੂੰ ਧਮਕੀਆਂ ਦਿੰਦਾ ਰਹਿੰਦਾ, ਜਦੋਂ ਵੀ ਬੋਲਦਾ ਉਦੋਂ ਕਹਿੰਦਾ ਮੈਂ ਤੈਨੂੰ ਕਤਲ ਕਰ ਦਿਆਂਗਾ, ਤੈਨੂੰ ਕਤਲ ਕਰ ਦਿਆਂਗਾ। ਆਖਰਕਾਰ ਨਵਾਬ ਟਾਊਨ ਦੇ ਵਿੱਚ ਜਿੱਥੇ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਉੱਥੇ ਇਹ 28 ਅਪ੍ਰੈਲ ਦਾ ਵਾਕਿਆ ਕਿ ਜਦੋਂ ਪੁਲਿਸ ਨੂੰ ਪਤਾ ਲੱਗਦਾ, ਇਲਾਕੇ ਦੇ ਲੋਕ ਜਿਹੜੇ ਸੀ ਨਾ ਉਹਨਾਂ ਨੂੰ ਇੱਕ ਅਜੀਬੋ ਗਰੀਬ ਕਿਸਮ ਦੀ ਸਮੈਲ ਆਈ। ਉਹਨਾਂ ਨੇ 15 ਤੇ ਕਾਲ ਕੀਤੀ ਕਿ ਆ ਨਾਲ ਦੇ ਘਰ ਚੋਂ ਨਾ ਤਾਲਾ ਲੱਗਾ ਹੋਇਆ ਤੇ ਸਮੈਲ ਜਿਹੜੀ ਹੈ ਨਾ ਬਹੁਤ ਬਦਬੂ ਆ ਰਹੀ ਆ ਤੇ ਆ ਕੇ ਇਹਨੂੰ ਚੈੱਕ ਕਰੋ। ਪੁਲਿਸ ਆਂਦੀ ਆ ਕੇ ਵੇਖਦੀ ਆ ਕਿ ਤਾਲਾ ਲੱਗਾ ਹੁੰਦਾ। ਹੁਣ ਮਹੱਲੇਦਾਰ ਰਲ ਕੇ ਤੇ ਪੁਲਿਸ ਵਾਲੇ ਰਲ ਕੇ ਉਸ ਤਾਲੇ ਨੂੰ ਤੋੜਦੇ ਨੇ। ਜਦੋਂ
ਜਦੋਂ ਅੰਦਰ ਜਾ ਕੇ ਵੇਖਦੇ ਨੇ ਕਿ ਇੱਕ ਬੈੱਡ ਦੇ ਉੱਤੇ ਲਾਸ਼ ਪਈ ਹੁੰਦੀ ਆ ਜਿਹੜੀ ਆਇਤ ਮਰੀਮ ਦੀ ਹੁੰਦੀ ਆ, ਔਰ ਉਹ 2-3 ਦਿਨ ਪੁਰਾਣੀ ਹੁੰਦੀ ਆ ਲਾਸ਼, ਤੇ ਤਾਜ਼ਾ ਨਹੀਂ ਹੁੰਦੀ। ਤੇ ਇਹਦਾ ਮਤਲਬ ਕਿ 2-3 ਦਿਨ ਪਹਿਲਾਂ ਉਹਨੂੰ ਮਾਰ ਦਿੱਤਾ ਗਿਆ ਸੀ। ਤੇ ਇਸੇ ਦੌਰਾਨ ਉਹਦੀ ਭੈਣ ਜਿਹੜੀ ਆ ਨਾ ਜ਼ੀਨਤ ਵਿਹਾੜੀ ਤੋਂ ਆ ਜਾਂਦੀ ਆ। ਜ਼ੀਨਤ ਕਹਿੰਦੀ ਕਿ ਮੈਂ 26 ਅਪ੍ਰੈਲ ਨੂੰ ਇਹਨੂੰ ਫੋਨ ਕਰਦੀ ਆ, ਇਹ ਫੋਨ ਨਹੀਂ ਚੁੱਕਦੀ ਹੈਗੀ। ਫਿਰ ਮੈਂ ਆਪਣੇ ਬਹਿਨੋਈ ਨੂੰ ਫੋਨ ਕੀਤਾ, ਸਾਧ ਨੂੰ, ਉਹ ਵੀ ਫੋਨ ਨਹੀਂ ਸੀ ਚੁੱਕਦਾ। ਤੇ ਪੁਲਿਸ ਹਜੇ ਉਹ ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਜਾ ਰਹੀ ਸੀ, ਜਿਸ ਵੇਲੇ ਉਹ ਜ਼ੀਨਤ ਵੀ ਉਧਰੋਂ ਫਿਰ ਪਹੁੰਚ ਗਏ। ਫਿਰ ਪੁਲਿਸ ਨੇ ਜ਼ੀਨਤ ਕੋਲੋਂ ਮਾਲੂਮਾਤ ਲਈ, ਜਿਹੜੀ ਉਹਦੀ ਭੈਣ ਸੀ। ਉਹਨੇ ਦੱਸਿਆ ਕਿ ਇਸ ਤਰ੍ਹਾਂ ਸਾਧ ਸੀ ਜਿਹੜਾ ਉਹਨੂੰ ਥ੍ਰੈਟ ਕਰਦਾ ਸੀ। ਮੇਰੀ ਆਪਣੀ ਭੈਣ ਦੇ ਨਾਲ ਹਮੇਸ਼ਾ ਗੱਲ ਹੁੰਦੀ ਰਹਿੰਦੀ ਸੀ ਤੇ ਉਹ ਦੱਸਦੀ ਸੀ ਕਿ ਸਾਧ ਦੇ ਨਾਲ ਮੈਂ ਸ਼ਾਦੀ ਕਰਕੇ ਬੜਾ ਗਲਤ ਕੀਤਾ। ਇਹ ਸਾਧ ਦਾ ਦੱਸਦੇ ਨੇ ਕਿ ਪਹਿਲਾਂ ਕੋ ਤੇਲ ਦਾ ਵੀ ਕਾਰੋਬਾਰ ਸੀ ਤੇ ਉਸ ਤੋਂ ਬਾਅਦ ਫਿਰ ਇਹਨੇ ਛੱਡ ਦਿੱਤਾ। ਟਿਕਟੌਕ ਹੀ ਪਤਾ ਨਹੀਂ ਜ਼ਰੀਏ ਇਨਕਮ ਸੀ। ਤੇ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਨਾ ਇਹਦੇ ਖਿਲਾਫ ਸਾਧ ਦੇ 302 ਦਾ ਮੁਕੱਦਮਾ ਦਰਜ ਕਰਦੀ ਆ ਉਹਦੀ ਭੈਣ ਜ਼ੀਨਤ ਦੇ ਕਹਿਣ ਦੇ ਉੱਤੇ। ਤੇ ਜ਼ੀਨਤ ਨੇ ਫਿਰ ਆਪਣੇ ਬਹਿਨੋਈ ਦੇ ਖਿਲਾਫ 302 ਦਾ ਮੁਕੱਦਮਾ ਜਿਸ ਵੇਲੇ ਦਰਜ ਕਰਾਇਆ, ਫਿਰ ਪੁਲਿਸ ਜਿਹੜੀ ਆ ਉਹਦਾ ਮੋਬਾਈਲ ਨੰਬਰ ਲੈਂਦੀ ਆ ਔਰ ਫਿਰ ਉਹਦੇ ਮੁਤਲਕ ਹੋਰ ਮਾਲੂਮਾਤ ਲੈਂਦੀ ਆ। ਜ਼ੀਨਤ ਨੇ ਸਾਰੀਆਂ ਮਾਲੂਮਾਤਾਂ ਦਿੱਤੀਆਂ। ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਆ ਜਦੀਦ ਟੈਕਨੋਲੋਜੀ ਦੇ ਜ਼ਰੀਏ ਚੈੱਕ ਕਰਦੀ ਆ, ਉਹਦੀ ਲੋਕੇਸ਼ਨ ਵਗੈਰਾ ਦੇਖਦੀ ਆ। ਖੈਰ ਪੁਲਿਸ ਜਿਹੜੀ ਆ ਫਿਰ ਨਾ ਇਹਨੂੰ ਗ੍ਰਿਫਤਾਰ ਕਰ ਲੈਂਦੀ ਆ ਸਾਧ ਨੂੰ, ਔਰ ਗ੍ਰਿਫਤਾਰ ਕਰਕੇ ਫਿਰ ਸਾਧ ਕੋਲੋਂ ਤਹਿਕੀਕਾਤ ਕਰਦੀ ਆ। 24 ਘੰਟੇ ਦੇ ਵਿੱਚ ਸਾਧ ਨੂੰ ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਾਧ ਨੂੰ ਜਿਸ ਵੇਲੇ ਪੁਲਿਸ ਨੇ ਪੁੱਛਿਆ ਕਿ ਤੂੰ ਇਹਨੂੰ ਕਿਉਂ ਮਾਰਿਆ ਤੇ ਇਹਨੂੰ ਮਾਰਨੇ ਦੀ ਕੀ ਵਜ੍ਹਾ ਸੀ, ਸਾਧ ਕਹਿਣ ਲੱਗਾ ਕਿ ਇਹ ਜਿਹੜੀ ਆ ਮੇਰੇ ਨਾਲ ਹਮੇਸ਼ਾ ਲੜਾਈ ਝਗੜਾ ਕਰਦੀ ਰਹਿੰਦੀ ਹੁੰਦੀ ਸੀ, ਸਾਡੇ ਦਰਮਿਆਨ ਨੋਕ ਝੋਕ ਚੱਲਦੀ ਰਹਿੰਦੀ ਸੀ ਤੇ ਛੋਟੀਆਂ ਗੱਲਾਂ ਤੇ ਇਹ ਮੇਰੇ ਨਾਲ ਲੜ ਪੈਂਦੀ ਸੀ। ਤੇ ਇੱਕ ਦਿਨ ਫਿਰ ਮੈਨੂੰ ਗੁੱਸਾ ਆ ਗਿਆ ਕਿ ਮੈਂ ਇਹਦਾ ਜਿਹੜਾ ਗਲਾ ਹੀ ਦਬਾ ਦਿੱਤਾ ਕਿ ਇਹਦਾ ਖਾਤਮਾ ਹੀ ਇਸ ਦੁਨੀਆ ਤੋਂ ਕਰ ਦਿੱਤਾ ਜਾਵੇ। ਆ ਜਿਹੜੀ ਰੋਜ਼ ਦੀ ਲੜਾਈ ਝਗੜਾ ਹੁੰਦਾ ਰਹਿੰਦਾ, ਇਹ ਤਾਂ ਖਤਮ ਹੋ ਜਾਏਗੀ। ਸਾਧ ਕਹਿਣ ਲੱਗਾ ਇਸ ਤਰ੍ਹਾਂ ਫਿਰ ਮੈਨੂੰ ਗੁੱਸਾ ਚੜਿਆ ਤੇ ਮੈਂ ਇਹਦਾ ਗਲਾ ਦਬਾ ਦਿੱਤਾ। ਗਲਾ ਦਬਾ ਕੇ ਫਿਰ ਇਹਦੀ ਲਾਸ਼ ਬੈੱਡ ਦੇ ਉੱਤੇ ਰੱਖ ਕੇ ਤੇ ਮੈਂ ਤਾਲਾ ਮਾਰ ਕੇ ਬਾਹਰੋਂ ਤੇ ਨਿਕਲ ਗਿਆ। ਮੈਂ ਕਿਹਾ ਹੁਣ ਸਿਮ ਤੋੜ ਦਿਆਂਗਾ ਤੇ ਕਿਸੇ ਨੂੰ ਨਹੀਂ ਪਤਾ ਲੱਗੇਗਾ। ਲੇਕਿਨ ਕਤਲ ਹਮੇਸ਼ਾ ਛੁਪਿਆ ਨਹੀਂ ਰਹਿੰਦਾ। ਤੇ ਫਿਰ ਉਹ ਕਿਰਾਏਦਾਰ ਨੂੰ ਵੀ ਸਾਧ ਲਿਆ ਜਿਹਦਾ ਮਕਾਨ ਸੀ ਤੇ ਉਹਨੇ ਵੀ ਸਾਰਾ ਕੁਝ ਦੱਸਿਆ, ਐਡਰੈਸ ਵਗੈਰਾ। ਤੇ ਇਸ ਤਰ੍ਹਾਂ ਫਿਰ ਹੁਣ ਕੀ ਹੋਏਗਾ ਜੀ, ਸਾਧ ਨੂੰ ਜਿਹੜੀ ਆ ਉਮਰ कैद हो जाएगी या फांसी का आर्डर हो जाएगा। ते टिकटॉकर जी आयत मरियम वो तो अल्लाह को पहुंच गई आ ते वो भी अपनी जान छुड़ा गई आ। ते अल्लाह ताला सब ते रहमत फरमाए, अल्लाह ताला सब नू अपने हिफ्ज़ो मान च रखे। अस्सलामु अलैकुम व रहमतुल्लाहि व बरकातुहू।